ਸਕਾਈ ਨਿਊਜ਼ ਪੰਜਾਬ देख रहे तमाम दर्शकों का खबरों के पंजाबी बुलेटिन च स्वागत है। सब तो पहला नजर मारते हैं मुख्य सुर्खियां ते। NIA ਦੇ ਵੱਲੋਂ ਨੋਟਿਸ ਭੇਜੇ ਜਾਣ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੇਂਦਰ ਨੂੰ ਚੇਤਾਵਨੀ। ਕੇਂਦਰ ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਕਮਜ਼ੋਰ ਕਰ ਰਹੀ ਹੈ, ਉਹਨਾਂ ਕਿਹਾ। ਮੁਹਾਲੀ ਦੇ ਸਾਬਕਾ ਮੇਅਰ ਕੁਲਵੰਤ ਦੇ ਸਮਰਥਨ ਵਿੱਚ 28 ਸਾਬਕਾ ਕੌਂਸਲਰਾਂ ਤੇ ਸਥਾਨਿਕ ਨੇਤਾਵਾਂ ਨੇ ਅਕਾਲੀ ਦਲ ਤੋਂ ਦਿੱਤਾ ਅਸਤੀਫਾ। श्री मुक्तसर साहिब च भारतीय किसान यूनियन सिद्धूपुर एकता वालों मनाया गया किसान महिला दिवस। ਵੱਖ-ਵੱਖ ਪਿੰਡਾਂ ਤੋਂ ਮਹਿਲਾਵਾਂ ਹੋਈਆਂ ਸ਼ਾਮਿਲ। रोजी रोटी की तलाश में गए व्यक्ति की कुवैत में हुई मौत। हादसे के बाद इलाज दौरान हुई मौत। ते हुण खबरां विस्तार नाल। खेती कानून के विरोध च चल रहे संघर्ष दौरान कई किसान आगुआं ते उन्हां दे हमायतियां नूं कौमी जांच एजेंसी दे नोटिस जारी करने की निंदा करदिआं मुख मंत्री कैप्टन अमरिंदर सिंह ने कहा कि डराउण धमकाउण वाले अजिहे हथकंडे किसानां नूं अपने हक्कां अते भविख की लड़ाई लड़न लई लए गए अते अहद नूं कमजोर नहीं कर सकते। भाजपा की अगवाई वाली केंद्र सरकार वालों शांतमई संघर्ष कर रहे किसानां दे घोल नूं कमजोर करने लई अजिहियां दमनकारी ते निंदनयोग कार्रवाईआं दा सहारा लैण दी निखेधी करदिआं मुख मंत्री ने पूछा कि की यह किसान अतवादी हन ਅਤੇ ਕੀ ਜਾਪਦੇ ਹਨ। ਉਹਨਾਂ ਕੇਂਦਰ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਅਜਿਹੇ ਹੋਸ਼ੇ ਢੰਗ ਤਰੀਕੇ ਕਿਸਾਨਾਂ ਵੱਲੋਂ ਲਏ ਗਏ ਅਹਿਦ ਨੂੰ ਕਮਜ਼ੋਰ ਕਰਨ ਦੀ ਬਜਾਏ ਉਹਨਾਂ ਨੂੰ ਆਪਣਾ ਰੁਖ ਹੋਰ ਸਖਤ ਕਰਨ ਲਈ ਮਜਬੂਰ ਕਰਨਗੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮੋਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਪਾਰਟੀ ਵਿੱਚੋਂ ਕੱਢੇ ਜਾਣ ਤੋਂ ਇੱਕ ਦਿਨ ਬਾਅਦ ਅਹੁਦੇਦਾਰਾਂ ਅਤੇ ਸਾਬਕਾ ਕੌਂਸਲਰਾਂ ਸਣੇ 28 ਸਥਾਨਿਕ ਨੇਤਾਵਾਂ ਨੇ ਵੀ ਅਸਤੀਫਾ ਦੇ ਦਿੱਤਾ ਤੇ ਕਿਹਾ ਕਿ ਉਹ ਆਗਾਮੀ ਨਗਰ ਨਿਗਮ ਚੋਣ ਲੜਨਗੇ ਤੇ ਸਾਬਕਾ ਮੇਅਰ ਦੀ ਅਗਵਾਈ ਹੇਠ ਆਜ਼ਾਦ ਸਮੂਹ ਦੇ ਬੈਨਰ ਹੇਠ ਚੋਣਾਂ ਹੋਣਗੀਆਂ। श्री आनंदपुर साहिब तो साबका मैंबर पार्लीमेंट प्रोफैसर प्रेम सिंह चंदूमाजरा नंगल विखे पहुंचे ते उन्हां मीडिया नाल गलबात करदिआं पंजाब सरकार अते केंद्र सरकार नूं निशाने ते लिया। उन्हां कहा कि पंजाब सरकार नूं मौजूदा परिस्थितियां नूं देखदे म्यूनसिपल कौंसल दीआं चोणां नहीं कराउणीआं चाहीदिआं सन, परंतु पंजाब सरकार इस गल ते बाजिद रही जिस ते चलदिआं हुण पंजाब दे विच सियासी पिड़ भख रिहा है। श्री आनंदपुर साहिब तो साबका मैंबर पार्लीमेंट प्रोफैसर प्रेम सिंह चंदूमाजरा नंगल विखे पहुंचे ਅਤੇ ਉੱਥੇ ਉਹਨਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਨਿਸ਼ਾਨੇ ਤੇ ਲਿਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਮੌਜੂਦਾ ਪਰਿਸਥਿਤੀਆਂ ਨੂੰ ਦੇਖਦੇ ਮਿਊਨਿਸਪਲ ਕੌਂਸਲ ਦੀਆਂ ਚੋਣਾਂ ਨਹੀਂ ਕਰਾਉਣੀਆਂ ਚਾਹੀਦੀਆਂ ਸੀ, ਪਰੰਤੂ ਪੰਜਾਬ ਸਰਕਾਰ ਇਸ ਗੱਲ ਤੇ ਬਾਜਿਦ ਰਹੀ ਜਿਸ ਤੇ ਚਲਦਿਆਂ ਹੁਣ ਪੰਜਾਬ ਦੇ ਵਿੱਚ ਸਿਆਸੀ ਪਿੜ ਭਖ ਗਿਆ ਹੈ। ਜਦੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਤੋਂ ਪੁੱਛਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਕਿਹਨਾਂ ਮੁੱਦਿਆਂ ਤੇ ਇਹ ਚੋਣ ਲੜ ਰਿਹਾ ਹੈ ਤਾਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੀਤੇ 4 ਸਾਲਾਂ ਤੋਂ ਵਿੱਚ ਕੁਝ ਵੀ ਨਹੀਂ ਕਰਵਾਇਆ ਗਿਆ ਅਤੇ ਸਰਕਾਰ ਕੇਵਲ ਨਜਾਇਜ਼ ਧੰਦੇ ਕਰਨ ਵਾਲਿਆਂ ਨੂੰ ਪਨਾਹ ਕਰ ਦੇਣ ਦੇ ਵਿੱਚ ਬਿਜੀ ਰਹੀ ਹੈ। ਉੱਥੇ ਹੀ ਉਹਨਾਂ ਮੌਜੂਦਾ ਹਾਲਾਤਾਂ ਦੇ ਵਿੱਚ ਕਿਸਾਨੀ ਸੰਘਰਸ਼ ਨੂੰ ਤਾਰ-ਪਿੱਡੋ ਕਰਨ ਦੇ ਲਈ ਵੀ ਪੰਜਾਬ ਦੇ ਵਿੱਚ ਇਸ ਸਿਆਸੀ ਪਿੜ ਨੂੰ ਗਰਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਕਿਹਾ ਕਿ ਨਾ ਕੇਵਲ ਪੰਜਾਬੀ ਸਗੋਂ ਸਮੁੱਚਾ ਦੇਸ਼ ਕਿਸਾਨੀ ਸੰਘਰਸ਼ ਨੂੰ ਆਪਣਾ ਸਮਰਥਨ ਦੇ ਰਿਹਾ ਹੈ ਅਤੇ ਲੋਕ ਕਿਸਾਨਾਂ ਦੇ ਨਾਲ ਡਟੇ ਹੋਏ ਨੇ ਤਾਂ ਜੋ ਕਿਸਾਨਾਂ ਦੀ ਜਿੱਤ ਹੋਵੇ। परंतु जिस तरीके नाल पंजाब दे विच हुण चोणां हो रहीआं ने उस दे नाल किसानी मुद्दे तो लोकां दा ध्यान भटकेगा। ते उत्थे ही उन्हां ने कहा कि केंद्र सरकार नूं चेतावनी दिंदिआं उन्हां कहा कि केंद्र सरकार नूं अड़ियल अते जिद्दी रवैया छड्ड के गलबात राहीं किसानी मसले दा जल्द हल कढना चाहीदा। कमेटी दी चोणां भावें मैं समझदा सरकार ने ठोसियां ने, ਇਹ ਚੋਣਾਂ ਮੁਲਤਵੀ ਹੋਣੀਆਂ ਚਾਹੀਦੀਆਂ ਸੀ। ਮੇਰਾ ਨਿੱਜੀ ਵਿਚਾਰ ਸੀ। ਸਰਕਾਰ ਵਜਿੱਦ ਰਹੀ ਚੋਣਾਂ ਕਰਾਉਣ 'ਚ, ਇਸ ਲਈ ਮਜਬੂਰੀ ਬਸ ਚੋਣਾਂ ਲੜਨੀਆਂ ਪੈ ਰਹੀਆਂ ਨੇ ਕਿਉਂਕਿ ਚੋਣਾਂ ਦਾ ਮਾਹੌਲ ਪੰਜਾਬ ਵਿੱਚ ਨਹੀਂ ਹੈ। ਪੰਜਾਬ ਕੀ ਦੇਸ਼ ਅੰਦਰ ਹੀ ਕਿਸਾਨੀ ਸੰਘਰਸ਼ ਵੱਲ ਨਿਗਾਹ ਲੱਗੀ ਆ। ਲੋਕਾਂ ਦਾ ਧਿਆਨ ਕਿਸਾਨੀ ਸੰਘਰਸ਼ ਤੋਂ ਦੂਰ ਕਰਨਾ ਸੰਘਰਸ਼ ਨੂੰ ਢਾਹ ਲਾਉਣ ਵਾਲੀ ਗੱਲ ਆ। ਅੱਜ ਜ਼ਰੂਰਤ ਆ ਇਕਜੁੱਟਤਾ ਦੀ, ਇੱਕ ਸੁਰਤਾ ਦੀ, ਇੱਕ ਆਵਾਜ਼ ਦੀ। ਚੋਣਾਂ ਕਿਸੇ ਨਾ ਕਿਸੇ ਤਰ੍ਹਾਂ ਆਪਸੀ ਵਿਵਾਦ ਤੇ ਝਗੜੇ ਖੜੇ ਕਰਦੀਆਂ ਨੇ ਤੇ ਰਾਜਸੀ ਪਾਰਟੀਆਂ ਹਰ ਤਰ੍ਹਾਂ ਦੇ ਹੋਛੇ ਹੱਥਕੰਡੇ ਵਰਤਦੀਆਂ ਨੇ। ਅੱਜ ਦੇ ਮਾਹੌਲ ਵਿੱਚ ਇਹ ਤੋਂ ਗੁਰੇਜ਼ ਕਰਨ ਦੀ ਲੋੜ ਆ। ਅਸੀਂ ਕਾਂਗਰਸ ਸਰਕਾਰ ਦੇ ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ, ਨਜਾਇਜ਼ ਮਾਈਨਿੰਗ ਦੇ ਧੰਦੇ,
ਜਾਲੀ ਸੈਨੀਟਾਈਜ਼ਰ ਦੀਆਂ ਫੈਕਟਰੀਆਂ ਔਰ ਬਿਜਲੀ ਦੇ ਧੱਕੇ ਨਾਲ ਲਗਾਏ ਜਾ ਰਹੇ ਮੀਟਰ, ਮੁਲਾਜ਼ਮਾਂ ਦੀ ਛਾਂਟੀ ਵਰਗੇ ਮਹੱਤਵਪੂਰਨ ਵਿਸ਼ੇ ਛੱਡ ਕੇ ਵੀ ਕੇਵਲ ਤੇ ਕੇਵਲ ਕਿਸਾਨੀ ਸੰਘਰਸ਼ ਲਈ ਧਿਆਨ ਦਿੱਤਾ ਹੋਇਆ ਤਾਂ ਕਿ ਪੰਜਾਬੀਆਂ ਦੀ ਇੱਕ ਸੁਰਤਾ, ਇੱਕ ਆਵਾਜ਼ ਦੇ ਵਿੱਚ ਕੋਈ ਤਰੇੜ ਨਾ ਆਵੇ। ਉੱਥੇ ਹੀ ਉਹਨਾਂ ਵੱਲੋਂ ਇਲੈਕਸ਼ਨ ਕਮਿਸ਼ਨ ਨੂੰ ਵੀ ਇਸ ਸੰਬੰਧੀ ਬੇਨਤੀ ਕੀਤੀ ਗਈ ਕਿ ਇਹਨਾਂ ਚੋਣਾਂ ਦੌਰਾਨ CRPF ਲਗਾਈ ਜਾਵੇ ਅਤੇ ਚੋਣਾਂ ਦੌਰਾਨ ਵੀਡੀਓਗ੍ਰਾਫੀ ਵੀ ਕਰਵਾਈ ਜਾਵੇ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰੇ। ਸ੍ਰੀ ਮੁਕਤਸਰ ਸਾਹਿਬ ਵਿੱਚ DC ਦਫ਼ਤਰ ਦੇ ਸਾਹਮਣੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਦੇ ਵੱਲੋਂ ਕਿਸਾਨ ਮਹਿਲਾ ਦਿਵਸ ਮਨਾਇਆ ਗਿਆ ਤੇ ਮੁਕਤਸਰ ਦੇ DC ਦਫ਼ਤਰ ਦੇ ਸਾਹਮਣੇ ਕਿਸਾਨ ਜਥੇਬੰਦੀਆਂ ਸਿੱਧੂਪੁਰ ਏਕਤਾ ਦੇ ਵੱਲੋਂ ਕਿਸਾਨ ਮਹਿਲਾ ਦਿਵਸ ਉੱਤੇ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਕੇ ਮਨਾਇਆ ਗਿਆ ਤੇ ਜਿਸ ਵਿੱਚ ਭਾਰੀ ਗਿਣਤੀ ਵਿੱਚ ਵੱਖ-ਵੱਖ ਪਿੰਡਾਂ ਤੋਂ ਮਹਿਲਾਵਾਂ ਮਹਿਲਾ ਦਿਵਸ ਵਿੱਚ ਸ਼ਾਮਲ ਹੋਈਆਂ ਅਤੇ ਕਿਸਾਨ ਨੇਤਾ ਵੀ ਇਸ ਮਹਿਲਾ ਦਿਵਸ ਵਿੱਚ ਸ਼ਾਮਲ ਹੋਏ। ਮਹਿਲਾ ਦਿਵਸ ਜੀ ਇਹਨਾਂ ਬਿੱਲਾਂ ਦੇ ਜਿਹੜੇ ਕਾਲੇ ਕਾਨੂੰਨ ਸਰਕਾਰ ਲੈ ਕੇ ਆਈ ਹੈ ਇਸ ਦੇ ਖਿਲਾਫ ਮਹਿਲਾ ਦਾ ਇੱਕ ਰੋਸ ਪ੍ਰਦਰਸ਼ਨ ਹੈ। ਕਿਸਾਨਾਂ ਦੇ ਆਪਣੇ ਬੰਦਿਆਂ ਦੇ ਨਾਲ ਮਹਿਲਾ ਮੋਢੇ ਨਾਲ ਮੋਢਾ ਜੋੜ ਕੇ ਖੜੀਆਂ। ਦੇਖੋ ਜੀ 26 ਤਰੀਕ ਨੂੰ ਜਿਹੜਾ ਟਰੈਕਟਰ ਮਾਰਚ ਹੋ ਰਿਹਾ ਉਹ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਇੱਕ ਰੋਸ ਦੇ ਪ੍ਰਦਰਸ਼ਨ ਵਜੋਂ ਹੋ ਰਿਹਾ ਤਾਂ ਸਾਡੇ ਪਿੰਡ ਚੋਂ ਵੱਧ ਤੋਂ ਵੱਧ ਅਸੀਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਟਰੈਕਟਰ ਟਰਾਲੀਆਂ ਜਾਓ ਅਤੇ ਸਾਡੇ ਪਿੰਡ ਦੀਆਂ ਮਹਿਲਾਵਾਂ ਵੀ ਵੱਧ ਤੋਂ ਵੱਧ ਹਿੱਸਾ ਲੈਣਗੀਆਂ। ਸਾਡੇ ਪਿੰਡ ਵਿੱਚੋਂ ਕਾਫੀ ਲੋਕ ਜਾ ਰਹੇ ਆ ਅਤੇ ਬਾਕੀ ਪਿੰਡਾਂ ਦੇ ਵਿੱਚੋਂ ਵੀ ਮਹਿਲਾਵਾਂ ਨੂੰ ਇਸ ਪ੍ਰਦਰਸ਼ਨ ਦੇ ਵਿੱਚ ਹਿੱਸਾ ਲੈਣ ਲਈ ਜ਼ਰੂਰ ਹੱਥ ਬੰਨ੍ਹ ਕੇ ਬੇਨਤੀ ਹੈ। ਅੱਜ ਮਹਿਲਾ ਦਿਵਸ ਦੇ ਉੱਤੇ ਵੀ ਜਿਹੜਾ ਇਹ ਧਰਨਾ ਮਹਿਲਾ ਦਿਵਸ ਆ ਜਿਹੜਾ ਉਹ ਅੱਜ ਸੜਕ ਤੇ ਬੈਠ ਕੇ ਸੋ ਸਰਕਾਰ ਨੂੰ ਇਹ ਅਪੀਲ ਕਰਨ ਲਈ ਮਨਾਇਆ ਜਾ ਰਿਹਾ ਵੀ ਜਿਹੜੇ ਕਾਲੇ ਕਾਨੂੰਨ ਆ, ਜਿਹੜੇ ਬਿੱਲ ਆ, ਉਹਨਾਂ ਨੂੰ ਰੱਦ ਕੀਤਾ ਜਾਵੇ। ਸੋ ਬਹੁਤ ਹੀ ਮੰਦਭਾਗੀ ਘਟਨਾ ਕਿ ਜਿਹੜਾ ਇੱਕ ਔਰਤ ਨੂੰ ਆਜ਼ਾਦੀ ਦਾ ਦਿਵਸ ਕਿਹਾ ਜਾਂਦਾ। ਸੋ ਅੱਜ ਤੱਕ ਮੈਂ ਜਿੰਨਾ ਕੁ ਆਪਦੀ ਜ਼ਿੰਦਗੀ ਦੇ ਵਿੱਚ ਸੰਘਰਸ਼ ਕੀਤਾ ਪਰ ਮੈਂ ਦੇਖਿਆ ਨਹੀਂਗਾ ਵੀ ਔਰਤ ਨੂੰ ਇੱਕ ਬਰਾਬਰ ਦਾ ਜਿਹੜਾ ਹੱਕ ਅੱਜ ਤੱਕ ਮਿਲਿਆ, ਕਿਉਂਕਿ ਔਰਤ ਦੀ ਕਿਤੇ ਵੀ ਸੁਣਵਾਈ ਨਹੀਂ, ਸਿਰਫ ਇੱਕ ਕਹਿਣ ਦੇ ਵਿੱਚ ਆਉਂਦਾ ਲੇਡੀਜ਼ ਫਸਟ ਤੇ ਇਹ ਇੰਨੇ ਸਪੈਲਿੰਗ ਤੱਕ ਹੀ ਸੀਮਤ ਆ, ਇਦੋਂ ਉੱਪਰ ਕੋਈ ਨਹੀਂ। ਕਿਉਂਕਿ ਜਿਹੜੇ ਸਾਡੇ ਮੇਨ ਹੱਕ ਸੀਗੇ, ਸਾਡੇ ਤਾਂ ਕਿਸਾਨ ਭਰਾਵਾਂ ਦੇ ਵੀ ਹੱਕ ਖੋਏ ਜਾ ਰਹੇ ਆ। ਸੋ ਔਰਤਾਂ ਨੂੰ ਹੱਕ ਦੇਣ ਦੀ ਸਰਕਾਰ ਗੱਲ ਕਰ ਰਹੀ ਆ। ਸੋ ਇਹਦੇ ਵਿੱਚ ਹੱਕ ਦੇਣ ਦੀ ਬਜਾਏ ਹੱਕ ਖੋਏ ਜਾ ਰਹੇ ਆ। ਮੈਨੂੰ ਲੱਗਦਾ ਵੀ ਇੱਕ ਕਹਿਣ ਨੂੰ ਤੇ ਲਿਖਣ ਨੂੰ ਗੱਲ ਅਲੱਗ ਹੁੰਦੀ ਆ, ਉਹ ਪੇਪਰਾਂ ਤੱਕ ਹੀ ਸੀਮਤ ਰਹਿ ਜਾਂਦੀ ਆ। ਮੈਂ ਤਾਂ ਪ੍ਰਧਾਨ ਮੰਤਰੀ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਪ੍ਰਧਾਨ ਮੰਤਰੀ ਜੀ, ਪਰ ਜੀ ਦੇ ਤੁਸੀਂ ਕਾਬਲ ਤਾਂ ਨਹੀਂ ਹੈਗੇ, ਪਰ ਸਾਨੂੰ ਜੀ ਲਾਉਣਾ ਪੈਂਦਾ ਨਾਲ। ਤੁਸੀਂ ਜੀ ਵਾਲਾ ਕੋਈ ਕੰਮ ਨਹੀਂ ਕੀਤਾ। ਪ੍ਰਧਾਨ ਮੰਤਰੀ ਜੀ, ਮੈਂ ਤੁਹਾਨੂੰ ਇਹ ਅਪੀਲ ਕਰਦੀ ਆ ਕਿ ਤੁਸੀਂ ਇਹ ਜਿਹਾ ਕੰਮ ਕਰਦੇ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਤੁਹਾਡੇ ਮਰਨ ਤੋਂ ਬਾਅਦ ਤੁਹਾਡੀ ਸਮਾਧ ਦੇ ਫੁੱਲਾਂ ਦੇ ਹਾਰ ਪਾ ਪਾ ਕੇ ਆਉਂਦੀ। ਤੁਸੀਂ ਇਹ ਜਿਹਾ ਕੰਮ ਨਾ ਕਰੋ ਕਿ ਤੁਹਾਡੇ ਮਰਨ ਤੋਂ ਬਾਅਦ ਸਾਡੀ ਆਉਣ ਵਾਲੀ ਜਨਰੇਸ਼ਨ ਤੁਹਾਡੀਆਂ ਸਮਾਧਾਂ ਤੇ ਜਾ ਕੇ ਛਿੱਤਰ ਮਾਰੇ ਤੇ ਤੁਹਾਨੂੰ ਫਟਕਾਰਾਂ ਦੇਵੇ। ਤੁਸੀਂ ਇਹ ਜਿਹਾ ਕੰਮ ਨਾ ਕਰੋ ਮੋਦੀ ਜੀ। ਉੱਥੇ ਹੀ ਸੰਗਰੂਰ ਦੇ ਧਨੌਲਾ ਵਿਖੇ ਮਹਿਲਾ ਕਿਸਾਨ ਦਿਵਸ ਮਨਾਇਆ ਗਿਆ ਤੇ ਇਸ ਮੌਕੇ ਵੱਡੀ ਗਿਣਤੀ ਵਿੱਚ ਔਰਤਾਂ ਸ਼ਾਮਲ ਹੋਈਆਂ ਅਤੇ ਇਕੱਠੀਆਂ ਹੋ ਕੇ ਮਹਿਲਾ ਦਿਵਸ ਮਨਾਇਆ ਤੇ ਉੱਥੇ ਹੀ ਜਦੋਂ ਮੌਕੇ ਤੇ ਮੌਜੂਦ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਵਿਸਨੀਆਂ ਸੁਣਾ ਕੇ ਉਹਨਾਂ ਨੇ ਮਹਿਲਾ ਦਿਵਸ ਦੀ ਖੁਸ਼ੀ ਮਨਾਈ। ਦੋਸਤੋ, ਜਿਵੇਂ ਤੁਹਾਨੂੰ ਪਤਾ ਹੀ ਆ ਜਿਹੜਾ ਅੱਜ ਕੱਲ ਪੂਰੇ ਭਾਰਤ ਦੇ ਵਿੱਚ ਇੱਕੋ ਗੱਲ ਚੱਲ ਰਹੀ ਆ, ਕਿਸਾਨੀ ਜਿਹੜੇ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਜੋ ਕਿਸਾਨਾਂ ਵੱਲੋਂ ਲਗਾਤਾਰ ਇਹਨਾਂ ਦਾ ਵਿਰੋਧ ਕੀਤਾ ਜਾ ਰਿਹਾ। ਦਿੱਲੀ ਵਿੱਚ ਵੀ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਜਿਸੇ ਤਹਿਤ ਅੱਜ ਦੇਖ ਲਓ ਧਨੌਲਾ ਦੀ ਮੈਂ ਜੇ ਗੱਲ ਕਰਨੀ ਚਾਹੁੰਦਾ ਆ। ਧਨੌਲਾ 'ਚ ਦੇਖੋ ਵੱਡੀ ਗਿਣਤੀ ਵਿੱਚ ਮੈਂ ਦਿਖਾਉਣਾ ਚਾਹੁੰਦਾ ਤੁਹਾਨੂੰ, ਵੱਡੀ ਗਿਣਤੀ ਵਿੱਚ ਜਿਹੜਾ ਮਹਿਲਾਵਾਂ ਵੱਲੋਂ ਇਕੱਠੇ ਹੋ ਕੇ ਤੇ ਮਹਿਲਾ ਦਿਵਸ ਮਨਾਇਆ ਜਾ ਰਿਹਾ। ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਔਰਤਾਂ ਨੇ ਉਰੇ ਸ਼ਾਮਲ ਹੋਈਆਂ ਨੇ ਤੇ ਇੱਥੇ ਉਹਨਾਂ ਦੇ ਨਾਲ ਕਿਸਾਨ ਵੀਰ ਵੀ ਸ਼ਾਮਲ ਹੋਏ ਨੇ ਜੋ ਉਹਨਾਂ ਤੋਂ ਅਸੀਂ ਅੱਜ ਜੋ ਮਹਿਲਾ ਦਿਵਸ ਆ ਉਰੇ ਵੱਡੀ ਗਿਣਤੀ ਵਿੱਚ ਧਨੌਲਾ ਵਿੱਚ ਮਨਾਇਆ ਜਾ ਰਿਹਾ। ਤੁਸੀਂ ਵੀ ਉਰੇ ਪਹੁੰਚੋ, ਕੀ ਕਹਿਣਾ ਚਾਹੁੰਦੇ ਹੋ ਉਹਨੂੰ ਲੈ ਕੇ? ਮੈਂ ਇਹ ਕਹਿਣਾ ਚਾਹੁੰਦਾ ਜੀ, ਪਹਿਲਾਂ ਤਾਂ ਮਾਵਾਂ ਭੈਣਾਂ ਦਾ ਐਡਾ ਵੱਡਾ ਇਕੱਠ ਦੇਖ ਕੇ ਉਹ ਦਿਲ ਖੁਸ਼ ਹੁੰਦਾ ਹੈ। ਤਿਲ ਸਿੱਟਣ ਨੂੰ ਥਾਂ ਨਹੀਂ, ਦੇਖੋ ਬਹੁਤ ਸਿਰ ਝੁਕਦਾ ਮਾਵਾਂ ਭੈਣਾਂ ਅੱਗੇ, ਕਿਉਂ ਬਰਾਬਰ ਖੜੀਆਂ ਨੇ ਨਾਲ। ਦਿੱਲੀ 'ਚ ਵੀ ਬਰਾਬਰ ਬੈਠੀਆਂ ਨੇ, ਬਹੁਤ ਵੱਡੀ ਗੱਲ ਹੈ। ਤੇ ਬਾਕੀ ਦਾ ਮੋਦੀ ਸਰਕਾਰ ਨੂੰ ਹੀ ਸਮਝ ਲੈਣਾ ਚਾਹੀਦਾ ਹੈ। ਉਹਨੂੰ ਐਂ ਵੀ ਅੱਕ ਕੇ ਥੱਕ ਕੇ ਤੁਰ ਜਾਣਗੇ ਲੋਕ, ਐਂ ਤੁਰਨੇ ਵਾਲੇ ਨਹੀਂ, ਇਹ ਥੱਕਣੇ ਵਾਲੇ ਨਹੀਂ, ਥਕਾਣੇ ਵਾਲੇ ਨੇ। ਥੱकेंगे नहीं थकाएंगे। इनको समझ लेना चाहिए, कानून वापस ले लेने चाहिए ने। बेहतरी इसे ची है। ਤੁਸੀਂ ਕੋਈ ਦੋ ਬੋਲ ਲਿਖੀ ਬੈਠੇ ਹੋ, ਇਹਦੇ ਬਾਰੇ ਕੀ ਆ? ਇਹ ਸਾਨੂੰ ਬੋਲ ਕੇ ਜ਼ਰੂਰ ਸੁਣਾਓ। ਇਹ ਤੁਹਾਨੂੰ ਦੋ ਲੈਣਾ ਲਿਖੀਆਂ ਜੀ ਮੈਂ। ਹਾਂਜੀ ਸੁਣਾਓ। ਤੇ ये खबर छपवा दो अखबार में, पोस्टर लगवा दो बाजार में, एक मोदी एक जोगी दोनों पागल हुए सरकार में। ये खबर छपवा दो अखबार में,
जब से आंदोलन शुरू हुआ है नींद न आती रातों में, कितनी मीटिंग और करोगे जेफों की बातों में। हमने दुख सहा है बहुत ठंडी रातों में, एक मोदी एक जोगी कब समझेंगे संसार में। जे खबर छपवा दो अखबार में, किसान यूनियन जिंदाबाद जिंदाबाद। ਮਾਨਸਾ ਰੇਲਵੇ ਸਟੇਸ਼ਨ ਦੇ ਬਾਹਰ ਚੱਲ ਰਹੇ ਕਿਸਾਨਾਂ ਦੇ ਧਰਨੇ ਦੇ 110ਵੇਂ ਦਿਨ ਨੂੰ ਮਹਿਲਾ ਕਿਸਾਨ ਦਿਵਸ ਦੇ ਤੌਰ ਤੇ ਮਨਾਇਆ ਗਿਆ ਤੇ ਇੱਥੇ ਅਜੋਕੇ ਦਿਨ ਧਰਨੇ ਦੀ ਕਮਾਂਡ ਔਰਤਾਂ ਵੱਲੋਂ ਸੰਭੀ ਗਈ ਤੇ ਵੱਡੀ ਗਿਣਤੀ ਵਿੱਚ ਧਰਨੇ ਵਿੱਚ ਪਹੁੰਚੀਆਂ ਔਰਤਾਂ ਨੇ ਇਸ ਲੜਾਈ ਨੂੰ ਆਰ-ਪਾਰ ਦੀ ਲੜਾਈ ਦੱਸਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਔਰਤਾਂ ਕੇਂਦਰ ਸਰਕਾਰ ਨੂੰ ਝੁਕਣ ਉੱਤੇ ਮਜਬੂਰ ਕਰਨਗੀਆਂ। ਅੱਜ ਜਿਹੜਾ 18 ਜਨਵਰੀ ਦਾ ਦਿਨ ਮਹਿਲਾ ਕਿਸਾਨ ਦਿਵਸ ਦੇ ਤੌਰ ਤੇ ਮਨਾਇਆ ਜਾ ਰਿਹਾ, ਇੱਕ ਔਰਤਾਂ ਲਈ ਬੜੀ ਚੰਗੀ ਗੱਲ ਹੈ ਕਿਉਂਕਿ ਔਰਤਾਂ ਨੂੰ ਜਿਹੜੇ ਕਿਸਾਨ ਔਰਤਾਂ ਨੇ ਖੇਤਾਂ ਵਿੱਚ ਕੰਮ ਕਰਦੀਆਂ ਨੇ ਜਾਂ ਅੰਦੋਲਨਾਂ ਦੇ ਵਿੱਚ ਸਾਡੇ ਧਰਨਿਆਂ ਮੁਜ਼ਾਹਰਿਆਂ ਦੇ ਵਿੱਚ ਜੋ ਔਰਤਾਂ ਸ਼ਮੂਲੀਅਤ ਕਰਦੀਆਂ ਨੇ ਉਹਨਾਂ ਨੂੰ ਮਾਨ ਸਨਮਾਨ ਦੇਣ ਦੇ ਲਈ ਜਿਹੜਾ ਅੱਜ ਦਾ ਦਿਨ ਔਰਤਾਂ ਦੇ ਲਈ ਰੱਖਿਆ ਗਿਆ। ਦਿੱਲੀ ਦੇ ਬਾਰਡਰਾਂ ਤੋਂ ਲੈ ਕੇ ਪੰਜਾਬ ਦੇ ਪਿੰਡ-ਪਿੰਡ ਜਿਹੜਾ ਔਰਤ ਦਿਵਸ ਅਸੀਂ ਮਨਾ ਰਹੇ ਹਾਂ ਤੇ ਅੱਜ ਮਾਨਸਾ ਦੇ ਰੇਲਵੇ ਸਟੇਸ਼ਨ ਤੇ ਵੀ ਇਸ ਜਿਹੜਾ ਔਰਤ ਦਿਵਸ ਦੀ ਸ਼ੁਰੂਆਤ ਕੀਤੀ ਗਈ ਹੈ। ਚੰਗੀ ਗੱਲ ਹੈ, ਜਥੇਬੰਦੀਆਂ ਨੇ ਬੜੀ ਪਹਿਲ ਕਦਮੀ ਕੀਤੀ ਹੈ ਕਿਉਂਕਿ ਔਰਤਾਂ ਵੀ ਇੱਕ ਜਿਹੜਾ ਅੰਦੋਲਨ ਦੇ ਵਿੱਚ ਬੜਾ ਵੱਡਾ ਯੋਗਦਾਨ ਨਿਭਾ ਰਹੀਆਂ ਨੇ ਤੇ ਮੋਦੀ ਸਰਕਾਰ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਔਰਤਾਂ ਨੇ ਵਕਤ ਦੇ ਵਿੱਚ ਪਾਉਣਾ ਹੈ ਕਿਉਂਕਿ ਕੋਈ ਵੀ ਲੜਾਈ ਆ ਔਰਤਾਂ ਦੇ ਸਾਥ ਤੋਂ ਬਗੈਰ ਨਹੀਂ ਲੜੀ ਜਾਣੀ। ਉਸੇ ਤਹਿਤ ਜਿਹੜਾ ਅੱਜ ਅਸੀਂ ਮਾਨਸਾ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਸੱਦੇ ਤੇ ਸਾਡੀ ਜਿਹੜੀ ਭਾਰਤੀ ਕਿਸਾਨ ਯੂਨੀਅਨ ਵੀਕੇਯੂ ਡਕੌਂਦਾ ਦੇ ਵੱਲੋਂ ਜਿਹੜਾ ਔਰਤਾਂ ਦਾ ਬੜਾ ਵੱਡਾ ਅਸੀਂ ਇਕੱਠ ਇੱਥੇ ਕੀਤਾ ਹੈ ਤਾਂ ਕਿ ਅਸੀਂ ਮੋਦੀ ਸਰਕਾਰ ਨੂੰ ਦੱਸ ਸਕੀਏ ਕਿ ਜਿਹੜੀ ਲੜਾਈ ਹੈ ਉਹਨੇ ਜਿਹੜੇ ਖੇਤੀ ਜਿਹੜੇ ਕਾਨੂੰਨ ਲਿਆਂਦੇ ਨੇ ਉਹ ਸਾਡੇ ਜਿਹੜੇ ਸੇਕ ਹੈ ਸਾਡੇ ਚੁੱਲ੍ਹਿਆਂ ਤੱਕ ਆ ਚੁੱਕਾ ਹੈ ਤੇ ਅੱਜ ਔਰਤ ਇਸ ਲੜਾਈ ਦੇ ਵਿੱਚ ਜਿਹੜੀ ਆਰ-ਪਾਰ ਦੀ ਲੜਾਈ ਲੜਨ ਦੇ ਲਈ ਤਿਆਰ ਹੈ। ਅੱਜ ਅਸੀਂ ਇੱਥੇ ਜਿਹੜਾ ਕਿਸਾਨ ਮਹਿਲਾ ਦਿਵਸ ਦੇ ਉੱਤੇ ਅਸੀਂ ਸਾਰੇ ਇੱਕ ਮੰਚ ਦੇ ਉੱਤੇ ਇਕੱਠੇ ਹੋਏ ਆਂਗੇ ਤੇ ਅੱਜ ਇੱਥੇ ਜਿਹੜੇ ਧਰਨੇ ਦੇ ਵਿੱਚ ਔਰਤਾਂ ਦੀ ਜਿਹੜੀ ਸਭ ਤੋਂ ਵੱਧ ਸ਼ਮੂਲੀਅਤ ਰਹੀ ਹੈਗੀ ਤੇ ਅਸੀਂ ਇੱਕ ਔਰਤਾਂ ਵੱਲੋਂ ਇੱਕ ਅੱਜ ਇੱਥੇ ਕਰਨ ਕਰਕੇ ਜਾਂਦੇ ਆ ਕਿ ਜੋ ਵੀ ਇਹ ਸੰਘਰਸ਼ ਵਿੱਢਿਆ ਹੋਇਆਗਾ ਕਾਲੇ ਕਾਨੂੰਨਾਂ ਨੂੰ ਲੈ ਕੇ ਅਸੀਂ ਇਸ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਵਾਂਗੇ ਤੇ ਜੇਕਰ ਅਜੇ ਵੀ ਇਹ ਕਾਲੇ ਕਾਨੂੰਨ ਨਹੀਂ ਵਾਪਸ ਹੁੰਦੇ ਤਾਂ ਇੱਕ ਔਰਤਾਂ ਵੱਲੋਂ ਜਿਹੜਾ ਅਲੱਗ ਸੰਘਰਸ਼ ਵਿੱਢਿਆ ਜਾਊਗਾ ਜਿਸ ਨੂੰ ਅਸੀਂ 26 ਤਰੀਕ ਨੂੰ ਜੋ ਪਰੇਡ ਕੀਤੀ ਜਾਊਗੀ ਤੇ ਉੱਥੇ ਸਭ ਤੋਂ ਵੱਧ ਔਰਤਾਂ ਹਿੱਸਾ ਲੈਣਗੀਆਂ। ਅੱਜ ਸਾਡੇ ਲਈ ਬਹੁਤ ਫਖਰ ਦਾ ਦਿਨ ਹੈ ਕਿਉਂਕਿ ਜਿਹੜੀ ਮੋਦੀ ਸਰਕਾਰ ਨੇ ਸਾਡੀ ਜ਼ਮੀਨਾਂ ਰੋਕਣ ਤੇ ਕੰਮ ਚਲਾ ਰੱਖਿਆ, ਇਸ ਕਰਕੇ ਅਸੀਂ ਘਰ ਘਰ ਜਾ ਕੇ ਧਰਨਿਆਂ ਮੁਜ਼ਾਹਰਿਆਂ ਤੇ ਜਾ ਕੇ ਔਰਤਾਂ ਇਕੱਠੀਆਂ ਹੋ ਰਹੀਆਂ ਤੇ ਮੋਦੀ ਨੂੰ ਅਸੀਂ ਉਹ ਮਾਰ ਮਾਰਾਂਗੇ ਜਿਹੜੀ ਅੱਜ ਤੱਕ ਨਹੀਂ ਖਾਧੀ। ਆਪਣੇ ਬਿਹਤਰ ਭਵਿੱਖ ਦੀ ਤਲਾਸ਼ ਵਿੱਚ ਲੋਕ ਅਕਸਰ ਹੀ ਵਿਦੇਸ਼ਾਂ ਦੇ ਵੱਲ ਆਪਣਾ ਰੁਖ ਕਰ ਲੈਂਦੇ ਹਨ ਤੇ ਅਜਿਹੇ ਹੀ ਸੁਪਨਾ ਲੈ ਕੇ ਕੋਟਕਪੂਰਾ ਦਾ 38 ਸਾਲਾ ਜਵਾਨ ਯੋਗਿੰਦਰ ਸਿੰਘ ਜੋ ਇਲੈਕਟ੍ਰੋਨਿਕ ਦਾ ਕੰਮ ਕਰਦਾ ਸੀ ਤੇ ਆਪਣਾ ਪਰਿਵਾਰ ਪਿੱਛੇ ਛੱਡ ਕੇ ਰੋਜੀ ਰੋਟੀ ਕਮਾਉਣ ਲਈ 2 ਸਾਲ ਪਹਿਲਾਂ ਕੁਵੈਤ ਚਲਾ ਗਿਆ ਤੇ ਜਿੱਥੇ ਉਹ ਕੰਪਨੀ ਵਿੱਚ ਕੰਮ ਕਰਦਾ ਸੀ। ਲੇਕਿਨ ਬਦਕਿਸਮਤੀ ਤੋਂ ਉਹ ਕੰਪਨੀ ਵਿੱਚ ਕੰਮ ਕਰਦਾ ਸਮੇਂ ਉਸ ਦੇ ਨਾਲ ਹਾਦਸਾ ਵਾਪਰ ਗਿਆ ਜਿਸ ਦੇ ਚੱਲਦੇ ਯੋਗਿੰਦਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਬਾਅਦ ਵਿੱਚ ਉਸ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਤੇ ਉਸ ਦੀ ਮੌਤ ਤੋਂ ਬਾਅਦ ਘਰ ਦੇ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ। ਇਹ ਜੀ ਮੁੰਡਾ ਸੀ 35-36 ਸਾਲ ਦਾ, ਨਾਂ ਜੋਗਿੰਦਰ ਸਿੰਘ ਪੁੱਤਰ ਬਲਵੀਰ ਸਿੰਘ। ਇਹ ਕੁਵੈਤ ਗਿਆ ਹੋਇਆ ਸੀ ਰੋਜੀ ਰੋਟੀ ਦੇ ਵਾਸਤੇ, ਕੰਪਨੀ ਦੇ ਕਿਸੇ ਕੰਮ ਕਰਦਾ ਸੀ। ਉੱਥੇ ਹਾਦਸਾ ਹੋਇਆ ਜਿਹਦੇ ਵਿੱਚ ਇਹਦੀ ਕੋਈ ਮੌਤ ਹੋ ਗਈ ਹੈ ਜੀ। ਨਾਲ ਇਹਦਾ ਇੱਕ ਸਾਥੀ ਦੱਸਦੇ, 3 ਮੁੰਡੇ ਦੱਸਦੇ ਜੀ ਉੱਥੇ ਜ਼ਖਮੀ ਹੋਏ ਸੀਗੇ ਜਿਹਦੇ 'ਚ ਇਹਦੀ ਮੌਤ ਹੋਈ ਹੈ ਜੀ। ਤੇ ਅੱਜ ਇਹਦੀ ਡੈੱਡ ਬੋਡੀ ਹੈ ਜਿਹੜੀ ਸ਼ਾਮ ਤੱਕ ਇੰਡੀਅਨ ਐਮਬੈਸੀ ਦੇ ਯਤਨਾਂ ਨਾਲ, ਇੱਕ ਉੱਥੇ ਕੁਵੈਤ ਦੇ ਵਿੱਚ ਕੋਈ ਪੰਜਾਬੀ ਗਰੁੱਪ ਹੈਗਾ ਜੀ ਮੁੰਡੇ ਦਾ ਬਣਿਆ ਇਸ ਤਰ੍ਹਾਂ ਦਾ, ਉਹਨਾਂ ਦੀ ਮਦਦ ਦੇ ਨਾਲ ਅੱਜ ਦੀ ਸ਼ਾਮ ਨੂੰ ਜਿਹੜੀ ਡੈੱਡ ਬੋਡੀ ਇਹਦੀ ਇੰਡੀਆ ਪਹੁੰਚ ਰਹੀ ਹੈ ਜੀ, ਇੱਥੇ ਇਹਨਾਂ ਦੇ ਘਰੇ ਸ਼ਾਮ ਨੂੰ। ਇਹ ਕਦੋਂ ਤੋਂ ਗਿਆ ਹੋਇਆ ਸੀ ਉੱਥੇ? ਇਹਨੂੰ ਲਗਭਗ 1.5 ਸਾਲ ਦੇ 2 ਸਾਲ ਦੇ ਕਰੀਬ ਹੋ ਗਿਆ ਸੀਗਾ ਜੀ। ਇੱਕ ਵਾਰੀ ਆ ਗਿਆ ਸੀ, ਫਿਰ ਲੋਕਡਾਊਨ ਤੋਂ ਪਹਿਲਾਂ ਵਾਪਸ ਚਲਾ ਗਿਆ ਸੀ। ਹੁਣ ਵੀ ਇਹਦੇ ਘਰ ਦੇ ਕਹਿੰਦੇ ਵੀ ਇਹਦੀ ਤਿਆਰੀ ਸੀਗੀ ਵਾਪਸ ਆਉਣ ਦੀ, ਇਹਦੀ ਟਿਕਟ ਕਨਫਰਮ ਹੋਈ ਸੀ 30 ਤਰੀਕ ਦੀ, ਲੇਕਿਨ 23 ਤਰੀਕ ਨੂੰ ਇਹ ਜਿਹੜਾ ਹਾਦਸਾ ਹੋਇਆ ਉੱਥੇ 23 ਤਰੀਕ ਤੋਂ ਇਹਦੀ ਡੈਥ ਹੋ ਗਈ ਸੀ ਉੱਥੇ ਜੀ। ਸੋ ਮਤਲਬ ਮਾੜਾ ਬਹੁਤ ਕੰਮ ਹੋਇਆ, ਵਿਚਾਰਾ ਰੋਜੀ ਰੋਟੀ ਦੇ ਮਸਲੇ 'ਚ ਗਿਆ ਸੀਗਾ। ਤੇ ਛੋਟੇ ਬੱਚੇ ਇਹਦੇ ਜੀ, ਇੱਕ 17-18 ਸਾਲ ਦੀ ਕੁੜੀ ਹੈ, ਇੱਕ 6 ਸਾਲ ਦੀ ਕੁੜੀ ਹੈ। ਉਹ ਇਹਦੇ ਘਰ ਦਾ ਮਤਲਬ ਗਰੀਬ ਪਰਿਵਾਰ ਹੈ। ਬਹੁਤ ਮਾੜਾ ਹੋਇਆ ਜੀ, ਬਹੁਤ ਮਾੜੀ ਘਟਨਾ ਹੋਈ ਹੈ ਜੀ। ਸਰਕਾਰ ਤੋਂ ਕੀ ਮੰਗ ਕਰਦੇ? ਸਰਕਾਰ ਨੂੰ ਆਇਆ ਜੀ ਵੀ ਸਰਕਾਰ ਅਤੇ ਜਿਹੜੀ ਕੰਪਨੀ ਜਿੱਥੇ ਇਹ ਕੰਮ ਕਰਦਾ ਸੀ ਉਹਨਾਂ ਨੂੰ ਚਾਹੀਦਾ ਵੀ ਇਹਨੂੰ ਕੰਪਨਸੇਟ ਕਰਨ, ਕੋਈ ਇਹਦੀ ਜਿਹੜੀ ਮਿਸੇਜ ਦੀ ਪੈਨਸ਼ਨ ਜਾਂ ਕੋਈ ਹੋਰ ਪੈਸਾ ਧੇਲਾ ਜੋ, ਤਾਂ ਕਿ ਇਹਨਾਂ ਦੇ ਪਰਿਵਾਰ ਦਾ, ਛੋਟੇ ਬੱਚਿਆਂ ਦਾ ਰੁਜ਼ਗਾਰ ਚੱਲੇ, ਨਾਲੇ ਉਹਨਾਂ ਨੂੰ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਹੋ ਸਕੇ ਜੀ। ਸੋ ਅਸੀਂ ਤਾਂ ਸਾਰੇ ਮਹੱਲੇ ਵਾਲੇ ਵੀ ਤੇ ਉਹਦੇ ਪਰਿਵਾਰ ਵਾਲੇ ਵੀ
ਇਹੀ ਮੰਗ ਕਰਦੇ ਹਾਂ ਵੀ ਇਹਨੂੰ ਜ਼ਰੂਰ ਕੁਛ ਨਾ ਕੁਛ ਮਿਲਣਾ ਚਾਹੀਦਾ ਜੀ, ਇਹਨੂੰ ਕੰਪਨਸੇਟ ਕਰਨ। ਇਹਦਾ ਇੰਸ਼ੋਰੈਂਸ ਵਗੈਰਾ ਵੀ ਹੋਇਆ ਹੋਊਗਾ ਜਾਂ ਜੋ ਵੀ ਹੈਗਾ ਜੀ ਉਹ ਇਹਨੂੰ ਮਿਲਣਾ ਚਾਹੀਦਾ ਇਹਨਾਂ ਨੂੰ, ਪਰਿਵਾਰ ਨੂੰ। ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਬੀਜੇਪੀ ਆਗੂ ਸੁਰਜੀਤ ਕੁਮਾਰ ਜਿਆਨੀ ਦੀ ਭੂਮਿਕਾ ਅਤੇ ਉਹਨਾਂ ਦੇ ਵੱਲੋਂ ਕਿਸਾਨਾਂ ਦੇ ਖਿਲਾਫ ਵਰਤੀ ਗਈ ਸ਼ਬਦਾਵਲੀ ਦੇ ਰੋਸ ਵਜੋਂ ਉਹਨਾਂ ਦੇ ਪਿੰਡ ਵਿਖੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਰੋਸ ਧਰਨਾ ਦਿੱਤਾ ਗਿਆ ਤੇ ਇਸ ਮੌਕੇ ਵੱਡੀ ਤਾਦਾਦ ਦੇ ਵਿੱਚ ਔਰਤਾਂ ਨੇ ਸ਼ਮੂਲੀਅਤ ਕੀਤੀ ਤੇ ਕਿਸਾਨ ਔਰਤਾਂ ਦੇ ਵੱਲੋਂ ਜਿੱਥੇ ਕੇਂਦਰ ਸਰਕਾਰ ਨੂੰ ਇਸ ਮੌਕੇ ਹੱਥੀ ਲਿਆ ਗਿਆ, ਉੱਥੇ ਹੀ ਸੁਰਜੀਤ ਕੁਮਾਰ ਜਿਆਨੀ ਦਾ ਵੀ ਪਿੱਟ ਸਿਆਪਾ ਕੀਤਾ ਗਿਆ। आज उग्राह किसान यूनियन के तहत कटेड़ा गांव के स्कूल में जो धरना दिया गया, ये ऐतिहासिक धरना है और ये ज़रूर रंग लाएगा। जिस तरह सरदार साहब ने कहा कि ये केसरी चुनिया ओढ़ के जो औरतों का धरना था, इतना बड़ा धरना आज तक हमारे आसपास के किसी गांव में नहीं लगा और किसानों के लिए बहुत ज़्यादा लाभकारी होगा। मोदी को ये देखकर चेतना चाहिए और अपने पर विचार करके इस कानून को रद्द करना चाहिए। धन्यवाद, बहुत बहुत धन्यवाद इन लोगों का जो यहाँ पधारे हैं कटेड़ा में। इतनी सर्दी में औरतें बच्चे जो यहाँ कटेड़ा में आके जाने के यहाँ धरना दिया है, इसके लिए सब लोगों के बहुत आभारी हैं। ਅੱਜ ਅਸੀਂ ਇਹ ਸਰਜੀਤ ਕੁਮਾਰ ਜਿਆਣੀ ਦੇ ਪਿੰਡ ਇਹਨੇ ਜਿਹੜੀ ਕਿਸਾਨਾਂ ਦੇ ਖਿਲਾਫ ਐਡੀ ਮਦਭਾਗੀਆਂ ਬੋਲੀਆਂ ਔਰ ਬੀਜੇਪੀ ਨੂੰ ਉੱਥੇ ਸੈਂਟਰ ਦੇ ਵਿੱਚ ਜਾ ਕੇ ਕਿਸਾਨਾਂ ਦੇ ਖਿਲਾਫ ਗੱਲਾਂ ਦੱਸੀਆਂ, ਉਸ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਇਸੇ ਕਟਹਿੜਾ ਪਿੰਡ ਦੇ ਅੰਦਰ ਜਿਆਣੀ ਦਾ ਪੂਰਾ ਪਿੱਟ ਸਿਆਪਾ ਕਰ ਰਹੇ ਹਾਂ। ਉਧਰ ਧਨੌਲਾ ਦੇ ਅੰਦਰ ਆਪਣਾ ਗਰੇਵਾਲ ਸਾਹਿਬ ਦਾ ਵੀ ਪਿੱਟ ਸਿਆਪਾ ਹੋ ਰਿਹਾ ਵਾ। ਇਹਨਾਂ ਨੂੰ ਚਾਹੀਦਾ ਹੈ ਕਿ ਪ੍ਰਧਾਨ ਮੰਤਰੀ ਨੂੰ ਜਾ ਕੇ ਦੱਸਣ ਕਿ ਕਿਸਾਨ ਇੱਥੇ ਕਿੰਨੇ ਕੁ ਦੁਖੀ ਹਨ, ਜਿਨ੍ਹਾਂ ਦੇ ਇਹ ਬਣਾਏ ਹੋਏ ਕਾਲੇ ਕਾਨੂੰਨ ਰੱਦ ਕੀਤੇ ਜਾਣ ਔਰ ਕਿਸਾਨਾਂ ਨੂੰ ਉੱਥੇ ਦਿੱਲੀ ਬੈਠਿਆਂ ਹੋਇਆਂ ਨੂੰ ਵੀ ਆਪਦੇ ਠੰਡ ਦੇ ਵਿੱਚ ਇੰਨੀ ਜ਼ਬਰਦਸਤ ਠੰਡ ਪੈ ਰਹੀ ਆ ਤੇ ਘਰਾਂ ਨੂੰ ਭੇਜਿਆ ਜਾਵੇ। ਇਹ ਵਾਰ-ਵਾਰ ਮੀਟਿੰਗਾਂ ਕਰਕੇ ਵੀ ਕਿਸਾਨਾਂ ਨੂੰ ਕੁਛ ਨਹੀਂ ਪੱਲੇ ਪਾਉਂਦੇ ਔਰ ਮੈਂ ਇਹ ਗੱਲ ਮੋਦੀ ਨੂੰ ਇਹਨਾਂ ਗਿਆਨੀ ਦੇ ਰਸਤੇ ਦੱਸਣੀ ਚਾਹੁੰਦਾ ਕਿ ਜਾ ਕੇ ਦੱਸੋ ਕਿ ਕਿਸਾਨ ਬਹੁਤ ਦੁਖੀ ਆ, ਇਹਨਾਂ ਦੇ ਹੱਕੀ ਮੰਗਾਂ ਹਨ, ਇਹਨਾਂ ਮੰਗਾਂ ਨੂੰ ਪ੍ਰਵਾਨ ਕੀਤਾ ਜਾਵੇ ਔਰ ਕਿਸਾਨਾਂ ਨੂੰ ਛੇਤੀ ਤੋਂ ਛੇਤੀ ਇਸ ਮਸਲੇ ਦੇ ਲਈ ਆਪਣਾ ਸੱਦ ਕੇ, ਜਿਸ ਤਰ੍ਹਾਂ ਕੱਲ੍ਹ ਨੂੰ 19 ਤਰੀਕ ਨੂੰ ਮੀਟਿੰਗ ਸੱਦੀ ਆ, ਫਿਰ ਮੀਟਿੰਗ ਦੇ ਵਿੱਚ ਇਹ ਕਾਲੇ ਕਾਨੂੰਨ ਰੱਦ ਕਰਕੇ ਤੇ ਕਿਸਾਨਾਂ ਨੂੰ ਘਰੇ ਭੇਜਿਆ ਜਾਵੇ। ਜਿੰਨਾ ਚਿਰ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੋਣਗੇ ਅਸੀਂ ਉਹਨਾਂ ਚਿਰ ਕਦੀ ਵੀ ਵਾਪਸ ਨਹੀਂ ਆਵਾਂਗੇ। WhatsApp ਦੀ ਨਵੀਂ ਪ੍ਰਾਈਵੇਸੀ ਪਾਲਿਸੀ ਤੇ ਦਿੱਲੀ ਹਾਈ ਕੋਰਟ 'ਚ ਸੁਣਵਾਈ ਹੋਈ ਤੇ ਸੁਣਵਾਈ ਦੌਰਾਨ ਪਟੀਸ਼ਨਕਰਤਾ ਨੇ ਹਾਈ ਕੋਰਟ 'ਚ ਕਿਹਾ ਕਿ WhatsApp ਦੀ ਨਵੀਂ ਪਾਲਿਸੀ ਨਾਲ ਪ੍ਰਾਈਵੇਸੀ ਭੰਗ ਹੋਵੇਗੀ ਤੇ ਇਸ ਲਈ ਮੇਰੀ ਬੇਨਤੀ ਹੈ ਕਿ ਸਰਕਾਰ ਇਸ ਖਿਲਾਫ ਜਲਦ ਤੋਂ ਜਲਦ ਕੋਈ ਕਾਰਵਾਈ ਕਰੇ। ਤੇ ਇਸ ਤੇ ਹਾਈ ਕੋਰਟ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ WhatsApp ਇੱਕ ਪ੍ਰਾਈਵੇਟ ਐਪ ਹੈ ਤੇ ਜੇਕਰ ਇਸ ਨਾਲ ਤੁਹਾਡੀ ਪ੍ਰਾਈਵੇਸੀ ਨੂੰ ਨੁਕਸਾਨ ਹੋ ਰਿਹਾ ਤਾਂ ਤੁਸੀਂ ਆਪਣੇ ਮੋਬਾਈਲ 'ਚੋਂ WhatsApp ਡਿਲੀਟ ਕਰ ਸਕਦੇ ਹੋ। ਤੇ ਕੋਰਟ ਨੇ ਕਿਹਾ ਕਿ WhatsApp ਦੀ ਵਰਤੋਂ ਕਰਨੀ ਹੈ ਜਾਂ ਨਹੀਂ ਇਹ ਉਪਭੋਗਤਾ ਤੇ ਇਹ ਨਿਰਭਰ ਕਰਦਾ ਹੈ। ਹਾਈ ਕੋਰਟ ਨੇ ਕਿਹਾ ਕਿ ਇਸ ਤੇ ਵਿਸਥਾਰ ਨਾਲ ਸੁਣਵਾਈ ਦੀ ਲੋੜ ਹੈ ਤੇ ਹੁਣ ਇਸ ਮਾਮਲੇ ਦੀ ਸੁਣਵਾਈ 25 ਜਨਵਰੀ ਨੂੰ ਹੋਏਗੀ। WhatsApp ਦੀ ਪ੍ਰਾਈਵੇਸੀ ਨੀਤੀ ਨੂੰ ਲਾਗੂ ਕਰਨ ਦੇ ਖਿਲਾਫ ਇੱਕ ਵਕੀਲ ਨੇ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਲਗਾਈ ਹੈ ਤੇ ਪਟੀਸ਼ਨ 'ਚ ਕਿਹਾ ਹੈ ਕਿ ਇਹ ਸੰਵਿਧਾਨ ਦੁਆਰਾ ਦਿੱਤੇ ਗਏ ਮੌਲਿਕ ਅਧਿਕਾਰ ਦੇ ਖਿਲਾਫ ਹੈ ਤੇ ਇਸ ਲਈ ਅਸੀਂ ਇਸ ਮਾਮਲੇ 'ਚ ਚਾਹੁੰਦੇ ਹਾਂ ਕਿ ਸਖਤ ਕਾਨੂੰਨ ਬਣੇ। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਸ਼ਾ ਖਤਮ ਕਰਨ ਲਈ ਵਿੱਢੀ ਮੁਹਿੰਮ ਦੇ ਤਹਿਤ ਲਗਾਤਾਰ ਸਫਲਤਾ ਹਾਸਲ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ ਨਾਭਾ ਸਦਰ ਪੁਲਿਸ ਵੱਲੋਂ ਕੀਤੀ ਗਈ ਨਾਕੇਬੰਦੀ ਦੇ ਦੌਰਾਨ 2 ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਚੈੱਕ ਕਰਨ ਉਪਰੰਤ ਵਿਅਕਤੀਆਂ ਕੋਲੋਂ ਥੈਲੇ ਦੇ ਵਿੱਚੋਂ 2000 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਸ਼ਾ ਖਤਮ ਕਰਨ ਲਈ ਵਿੱਢੀ ਮੁਹਿੰਮ ਦੇ ਤਹਿਤ ਲਗਾਤਾਰ ਸਫਲਤਾ ਹਾਸਲ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ ਨਾਭਾ ਸਦਰ ਪੁਲਿਸ ਵੱਲੋਂ ਕੀਤੀ ਗਈ ਨਾਕੇਬੰਦੀ ਦੇ ਦੌਰਾਨ 2 ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਚੈੱਕ ਕਰਨ ਉਪਰੰਤ ਵਿਅਕਤੀਆਂ ਕੋਲੋਂ ਥੈਲੇ ਦੇ ਵਿੱਚੋਂ 2000 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ। ਇਹਨਾਂ ਉਕਤ ਦੋਵੇਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਇਸ ਸੰਬੰਧੀ ਜਦੋਂ ਚੌਂਕੀ ਇੰਚਾਰਜ ਬਿਨਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਨਾਕਾਬੰਦੀ ਦੇ ਦੌਰਾਨ 2 ਵਿਅਕਤੀਆਂ ਨੂੰ 2000 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਹੈ ਅਤੇ ਉਹਨਾਂ ਤੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼੍ਰੀਮਾਨ ਸੀਨੀਅਰ ਕਪਤਾਨ ਪਟਿਆਲਾ ਸ਼੍ਰੀ ਵਿਕਰਮਜੀਤ ਸਿੰਘ ਦੁੱਗਲ ਜੀ ਦੀ ਹਦਾਇਤਾਂ ਅਨੁਸਾਰ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ੇ ਤਸਕਰਾਂ ਤੇ ਮਾੜੇ ਅਨਸਰਾਂ ਨੂੰ ਠੱਲ ਪਾਉਣ ਲਈ
ਕੱਲ੍ਹ ਪਿੰਡ ਛਿੱਟਾਂਵਾਲਾ ਵਿਖੇ ਨਾਕਾਬੰਦੀ ਕੀਤੀ ਗਈ ਸੀ। ਨਾਕਾਬੰਦੀ ਦੌਰਾਨ 2 ਮੋਟਰਸਾਈਕਲ ਚਾਲਕ ਉਹਨਾਂ ਨੂੰ ਸ਼ੱਕ ਦੇ ਬਿਨਾਂ 'ਤੇ ਰੋਕ ਕੇ ਪੁੱਛਗਿੱਛ ਕੀਤੀ ਗਈ, ਜੋ ਸ਼੍ਰੀਮਾਨ ਉਪ ਕਪਤਾਨ ਸਰਕਲ ਨਾਭਾ ਸ਼੍ਰੀ ਰਾਜੇਸ਼ ਛਿੱਬੜ ਜੀ ਦੀ ਹਾਜ਼ਰੀ ਦੇ ਵਿੱਚ ਉਹਨਾਂ ਪਾਸੋਂ ਭਾਰੀ ਮਾਤਰਾ ਦੇ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ, ਜੋ ਉੱਥੇ ਮੌਕੇ 'ਤੇ ਗਿਣਤੀ ਕਰਨ 'ਤੇ 200 ਪੱਤੇ, ਹਰ ਪੱਤੇ ਦੇ ਵਿੱਚ 10 ਗੋਲੀਆਂ, ਕੁੱਲ 2000 ਗੋਲੀਆਂ ਨਸ਼ੀਲੀਆਂ ਬਰਾਮਦ ਹੋਈਆਂ ਨੇ, ਜਿਨ੍ਹਾਂ ਨੂੰ ਹਾਸਲ ਜ਼ਾਬਤਾ ਗ੍ਰਿਫਤਾਰ ਕਰਕੇ ਅੱਜ ਅਦਾਲਤਾਂ ਦੇ ਵਿੱਚ ਪੇਸ਼ ਕੀਤਾ ਗਿਆ, ਜਿਨ੍ਹਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਵੀ ਹਾਸਲ ਕੀਤਾ ਗਿਆ। ਉਹਨਾਂ ਦੇ ਵਿੱਚੋਂ ਇੱਕ ਅਮਜਦ ਖਾਨ ਹੈ ਸੰਗਰੂਰ ਢਡੋਗਲ ਦਾ, ਉਸ ਤੋਂ ਪਹਿਲਾਂ ਵੀ ਇੱਕ ਮੁਕੱਦਮਾ ਦਰਜ ਹੈ ਜਿਸ ਦੇ ਵਿੱਚ ਉਸ ਨੂੰ 10 ਸਾਲ ਦੀ ਸਜ਼ਾ ਹੋਈ ਹੈ। ਇਸ ਵੇਲੇ ਪੈਰੋਲ 'ਤੇ ਬਾਹਰ ਆਇਆ ਹੋਇਆ ਸੀ ਤੇ ਉਹਨਾਂ ਦਾ ਰਿਮਾਂਡ ਅੱਜ ਹਾਸਲ ਕਰਕੇ ਤਕਮੀਲ ਪੁੱਛਗਿੱਛ ਕੀਤੀ ਜਾਊਗੀ ਵੀ ਉਹ ਇਹ ਨਸ਼ਾ ਕਿੱਥੋਂ ਲੈ ਕੇ ਆਉਂਦੇ ਨੇ ਤੇ ਅੱਗੇ ਕਿਸ ਨੂੰ ਵੇਚਣਾ ਸੀ। ਦੂਸਰੇ ਦਾ ਨਾਮ ਕੀ ਹੈ ਜੀ? ਦੂਸਰੇ ਦਾ ਨਾਮ ਅਬਦੁਲ ਹਮੀਦ ਹੈ ਜੀ, ਰਹਿਮਤਗੜ੍ਹ ਮਲੇਰਕੋਟਲੇ ਤੋਂ ਜੀ। ਉਹਤੇ ਵੀ ਕੋਈ ਪਰਚਾ ਜਿਹੜਾ ਦੂਜਾ ਹੈਗਾ ਉਹ ਇਹ ਹਜੇ ਪੁੱਛਗਿੱਛ ਜਾਰੀ ਹੈ, ਉਹਨਾਂ ਦੀ ਸ਼ਨਾਖਤ ਹਜੇ ਕਰਾਉਣੀ ਬਾਕੀ। ਉਹਨਾਂ ਨੇ ਹਜੇ ਪੁੱਛਗਿੱਛ ਦੇ ਵਿੱਚ ਨਹੀਂ ਦੱਸਿਆ ਕਿ ਕੋਈ ਪਰਚਾ, ਬਾਕੀ ਉਹਨਾਂ ਦੇ ਉੱਥੇ ਸ਼ਨਾਖਤ ਕਰਾ ਕੇ ਪਤਾ ਲੱਗੂਗਾ। ਤਾਂ ਵਿਦੇਸ਼ 'ਚ ਪਤਾ ਲੱਗਿਆ ਕਿੱਥੋਂ ਲੈ ਕੇ ਆ ਰਹੇ ਸੀ, ਵੇਚਦੇ ਸੀ, ਆਬਾਦੀ ਸੀ ਇਹ ਚੀਜ਼ਾਂ ਦੇ। ਹੁਣ ਰਿਮਾਂਡ ਉਹਨਾਂ ਦਾ ਹਾਸਲ ਕੀਤਾ ਗਿਆ, ਤਕਮੀਲ ਪੁੱਛਗਿੱਛ ਕਰਕੇ ਫਿਰ ਅੱਗੇ ਜਿਹੜੀ ਵੀ ਕਾਰਵਾਈ ਜਿਹੜੇ ਵੀ ਨਾਮਜ਼ਦ ਕਰਾਂਗੇ, ਜਿਨ੍ਹਾਂ ਤੋਂ ਵੀ ਲੈ ਕੇ ਆਉਂਦੇ ਸੀ ਉਹਨਾਂ ਨਾਮਜ਼ਦ ਕਰਕੇ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਮੋਟਰਸਾਈਕਲ ਤੇ ਆ ਰਹੇ ਸੀ? ਮੋਟਰਸਾਈਕਲ ਤੇ ਸੀ। ਕਾਹਦੇ 'ਚ ਪਾਇਆ ਸੀ ਇਹਨਾਂ ਨੇ ਗੋਲੀਆਂ? ਇੱਕ ਥੈਲਾ ਸੀਗਾ ਇਹਨਾਂ ਕੋਲ ਚਿੱਟੇ ਨੀਲੇ ਰੰਗ ਦਾ, ਤੇ ਉਹਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਗੋਲੀਆਂ ਪਈਆਂ ਹੋਈਆਂ ਸੀ, ਪੱਤੇ ਸੀ, ਗੋਲੀਆਂ ਦੇ ਪੱਤੇ ਸੀ। ਤੁਹਾਨੂੰ ਦੱਸ ਦਈਏ ਕਿ ਇਹਨਾਂ ਵਿੱਚ ਇੱਕ ਦੋਸ਼ੀ ਜੋ ਪਹਿਲਾਂ ਹੀ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਜੇਲ੍ਹ ਵਿੱਚ ਬੰਦ ਹੈ ਤੇ ਪੈਰੋਲ ਤੇ ਬਾਹਰ ਆਇਆ ਹੋਇਆ ਹੈ। ਹੁਣ ਦੇ ਲਈ ਇਸ ਬੁਲਟਨ 'ਚ ਇੰਨਾ ਹੀ। ਮੈਨੂੰ ਦੇ ਇਜਾਜ਼ਤ। ਦੇਸ਼ ਅਤੇ ਦੁਨੀਆ ਦੇ तमाम ਖਬਰਾਂ ਦੇ ਲਈ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ। ਧੰਨਵਾਦ। ਹਰ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।